ਮਾਨਸਾ ਦੀ ਗੱਲ ਕਰਾਂਗੇ ਜਿੱਥੇ ਨੌਕਰੀ ਨਾ ਮਿਲਣ ਕਾਰਨ ਬੀਐਡ ਟੈਟ ਪਾਸ ਲੜਕੀਆਂ ਖੇਤਾਂ ਦੇ ਵਿੱਚ ਝੋਨਾ ਲਾਉਣ ਲਈ ਮਜਬੂਰ ਨੇ। ਆਖਿਰ ਕਿਉਂ, ਵੇਖਦੇ ਹਾਂ। ਸਰਕਾਰਾਂ ਦਾਅਵੇ ਤੇ ਵਾਅਦੇ ਤਾਂ ਬਹੁਤ ਕਰਦੀਆਂ ਨੇ, ਪਰ ਇਹਨਾਂ ਦੋਹਾਂ ਦੀ ਜ਼ਮੀਨੀ ਹਕੀਕਤ ਵੀ ਕੁਝ ਇੱਕੋ ਜਿਹੀ ਹੀ ਹੁੰਦੀ ਹੈ। ਮਤਲਬ ਨਤੀਜਾ ਜ਼ੀਰੋ। ਇਹ ਗੱਲ ਉਸ ਵੇਲੇ ਮੁੜ ਤੋਂ ਸੱਚ ਸਾਬਿਤ ਹੋ ਜਾਂਦੀ ਹੈ ਜਦੋਂ ਇਹ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਇਹ ਤਸਵੀਰਾਂ ਨੇ ਪੰਜਾਬ ਦੇ ਨੌਜਵਾਨਾਂ ਦੀਆਂ। ਜੇ ਕਹਿ ਲਈਏ ਬੇਰੁਜ਼ਗਾਰ ਨੌਜਵਾਨ ਤਾਂ ਉਹ ਵੀ ਗਲਤ ਨਹੀਂ ਹੋਵੇਗਾ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਨੌਜਵਾਨ ਝੋਨਾ ਲਗਾ ਰਹੇ ਨੇ, ਪਰ ਫਿਰ ਵੀ ਇਹਨਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਕਿਉਂ ਕਿਹਾ ਜਾ ਰਿਹਾ ਹੈ? ਤਾਂ ਤੁਹਾਡੇ ਸਵਾਲ ਦਾ ਜਵਾਬ ਵੀ ਤੁਹਾਨੂੰ ਥੋੜੀ ਦੇਰ ਬਾਅਦ ਮਿਲ ਜਾਵੇਗਾ। ਲਾਕਡਾਊਨ ਤੋਂ ਬਾਅਦ ਜਦੋਂ ਜ਼ਿਆਦਾਤਰ ਮਜ਼ਦੂਰ ਆਪਣੇ ਸੂਬਿਆਂ ਦੇ ਵਿੱਚ ਵਾਪਸ ਚਲੇ ਗਏ ਤਾਂ ਪੰਜਾਬ 'ਚ ਝੋਨਾ ਲਾਉਣ ਲਈ ਮਜ਼ਦੂਰਾਂ ਦੀ ਕਮੀ ਦਾ ਡਰ ਸਤਾਉਣ ਲੱਗਾ। ਪਰ ਇਹਨਾਂ ਨੌਜਵਾਨਾਂ ਨੇ ਹੰਭਲਾ ਮਾਰਿਆ ਤੇ ਕੁਝ ਪਲਾਂ ਲਈ ਆਪਣੀਆਂ ਸੁਪਨਿਆਂ ਨੂੰ ਭੁਲਾ ਕੇ ਕੱਦੂ ਕੀਤੇ ਖੇਤ ਨੂੰ ਹੀ ਆਪਣੀ ਰਣਭੂਮੀ ਮੰਨ ਲਿਆ ਤੇ ਤਪਦੇ ਦੁਪਹਿਰ ਖੇਤਾਂ ਦੇ ਵਿੱਚ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ। ਸਿਰਫ ਬੇਰੁਜ਼ਗਾਰੀ ਨਹੀਂ, ਸਗੋਂ ਕਈ ਹੋਰ ਵੀ ਮਜਬੂਰੀਆਂ ਨੇ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਦਾ ਪੜ੍ਹਨ ਦੇ ਵੇਲੇ ਤੋਂ ਲੈ ਕੇ ਹੁਣ ਖੇਤਾਂ ਤੱਕ ਕੰਮ ਕਰਨ ਤੱਕ ਪਿੱਛਾ ਕੀਤਾ। ਬੀਐਡ ਪੀਐਸ ਟੈਟ ਕਲੀਅਰ ਕੀਤਾ ਹੋਇਆ ਹੈ, ਫਿਰ ਵੀ ਮੈਂ ਅੱਜ ਖੇਤਾਂ ਵਿੱਚ ਝੋਨਾ ਲਾ ਰਹੀ ਹਾਂ ਕਿਉਂਕਿ ਮੈਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੇ ਪਿਤਾ ਜੀ ਦਿਹਾੜੀ ਦਾ ਮਜ਼ਦੂਰੀ ਦਾ ਕੰਮ ਕਰਦੇ ਨੇ। ਮੇਰੀ ਮਾਂ ਜਦੋਂ ਮੈਂ 10ਵੀਂ 'ਚ ਪੜ੍ਹਦੀ ਸੀ, ਮੇਰੀ ਮੰਮੀ ਜੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋ ਗਈ। ਇੱਕ ਪਾਸੇ ਮੇਰੇ ਡੈਡੀ ਨੇ ਦਿਹਾੜੀ ਕਰਕੇ ਮੇਰੀ ਮੰਮੀ ਦੇ ਕੈਂਸਰ ਦਾ ਇਲਾਜ ਕਰਵਾਇਆ, ਦੂਸਰੇ ਪਾਸੇ ਮੇਰੀ ਪੜ੍ਹਾਈ ਨੂੰ ਜਾਰੀ ਰੱਖਿਆ। ਮੈਂ ਵੀ ਹਾੜੀ ਸੌਣੀ ਖੇਤਾਂ ਵਿੱਚ ਕੰਮ ਕਰਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ। ਜਦੋਂ ਮੈਂ ਬੀਐਡ ਦਾ ਕੋਰਸ ਕਰ ਰਹੀ ਸੀ, ਕੈਂਸਰ ਦੀ ਬਿਮਾਰੀ ਨਾਲ ਪੀੜਤ ਮੇਰੀ ਮਾਂ ਦੀ ਮੌਤ ਹੋ ਗਈ। ਸਾਰੇ ਘਰ ਦੇ ਕੰਮਕਾਰ ਦੀ ਜ਼ਿੰਮੇਵਾਰੀ ਵੱਡੀ ਹੋਣ ਦੇ ਨਾਤੇ ਮੇਰੇ ਸਿਰ ਆ ਗਈ ਤੇ ਫਿਰ ਵੀ ਮੈਂ ਦਿਲ ਲਾ ਕੇ ਪੜ੍ਹਾਈ ਕੀਤੀ ਕਿਉਂਕਿ ਮੈਂ ਅਧਿਆਪਕ ਬਣਨਾ ਚਾਹੁੰਦੀ ਸੀ। ਫਿਰ ਮੈਂ ਪੀਐਸ ਟੈਟ ਕਲੀਅਰ ਕੀਤਾ। ਮਾਲਵੇ ਦੇ ਜ਼ਿਆਦਾਤਰ ਇਲਾਕੇ ਕੈਂਸਰ ਤੋਂ ਪੀੜਤ ਨੇ। ਪਤਾ ਹੀ ਨਹੀਂ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਕਿੰਨੇ ਕੁ ਲੋਕਾਂ ਦੀ ਜਾਨ ਲਈ ਹੈ ਤੇ ਬੇਅੰਤ ਕੌਰ ਵਰਗੀਆਂ ਧੀਆਂ ਤੋਂ ਉਹਨਾਂ ਦੀਆਂ ਰੱਬ ਵਰਗੀਆਂ ਮਾਵਾਂ ਨੂੰ ਖੋਹ ਲਿਆ। ਪਰ ਫਿਰ ਵੀ ਬੇਅੰਤ ਨੇ ਹੌਸਲਾ ਨਹੀਂ ਹਾਰਿਆ ਤੇ ਆਪਣੀ ਪੜ੍ਹਾਈ ਜਾਰੀ ਰੱਖੀ। ਪਰ ਕਿਹਾ ਜਾਂਦਾ ਹੈ ਕਿ ਕੁਝ ਲੋਕ ਹੀ ਉਮੀਦਾਂ ਤੇ ਖਰੇ ਉਤਰਦੇ ਨੇ। ਬੇਅੰਤ ਨੂੰ ਵੀ ਸਰਕਾਰ ਤੋਂ ਕੁਝ ਉਮੀਦ ਸੀ, ਸਰਕਾਰ ਉਸ ਦੀ ਮਦਦ ਕਰੇਗੀ। ਅੱਜ ਮੈਂ ਅਧਿਆਪਕ ਬਣਨ ਦੇ ਕਾਬਿਲ ਹੋ ਚੁੱਕੀ ਹਾਂ, ਪਰ ਮੈਂ ਆਪਣੇ ਆਪ ਨੂੰ ਅਧਿਆਪਕ ਬਣਨ ਦੇ ਕਾਬਿਲ ਬਣਾਇਆ, ਪਰ ਸਰਕਾਰ ਨੇ ਮੈਨੂੰ ਕੋਈ ਨੌਕਰੀ ਨਾ ਦਿੱਤੀ। ਮੈਂ ਫਿਰ ਤੋਂ ਖੇਤਾਂ ਵਿੱਚ ਕੰਮ ਕਰ ਰਹੀ ਹਾਂ। ਪਹਿਲਾਂ ਮੈਂ ਖੇਤਾਂ ਵਿੱਚ ਕੰਮ ਕਰਕੇ ਪੜ੍ਹਾਈ ਪੂਰੀ ਕੀਤੀ, ਪਰ ਅੱਜ ਵੀ ਮੈਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖੇਤਾਂ ਵਿੱਚ ਹੀ ਝੋਨਾ ਲਾ ਰਹੀ ਹਾਂ। ਮੈਨੂੰ ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ। ਇਹ ਕਹਾਣੀ ਇਕੱਲੀ ਬੇਅੰਤ ਕੌਰ ਦੀ ਨਹੀਂ ਹੈ। ਅਜਿਹੇ ਕਈ ਹੋਰ ਨੌਜਵਾਨ ਨੇ ਜੋ ਸਵੇਰੇ ਉੱਠਦੇ ਨੇ ਤੇ ਲੋਕਾਂ ਦੇ ਤਾਨਿਆਂ ਮਿਹਣਿਆਂ ਤੋਂ ਬਚਣ ਦੇ ਲਈ ਸਵੇਰੇ ਹੀ ਖੇਤਾਂ ਵੱਲ ਤੁਰ ਪੈਂਦੇ ਨੇ। ਇਹਨਾਂ ਨੌਜਵਾਨਾਂ ਨੇ ਸਕੂਲਾਂ ਵੱਲ ਜਾਣਾ ਸੀ, ਉਹ ਅੱਜ ਖੇਤਾਂ ਵੱਲ ਨੂੰ ਜਾਣ ਲਈ ਮਜਬੂਰ ਨੇ। ਮੈਂ ਪਿੰਡ ਅਕਬਰਪੁਰ ਖਡਾਲ ਦੀ ਰਹਿਣ ਵਾਲੀ ਹਾਂ ਤੇ ਮੈਂ BA ਬੀਐਡ ਪੀਐਸ ਟੈਟ ਕਲੀਅਰ ਹੈ ਤੇ ਮੈਂ ਹੁਣ ਅਧਿਆਪਕ ਬਣਨ ਦੇ ਯੋਗ ਹੋ ਚੁੱਕੀ ਹਾਂ। ਸਰਕਾਰ ਤੋਂ ਇਹੀ ਮੰਗ ਕਰਦੀ ਹਾਂ ਕਿ ਸਾਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਮੇਰੇ ਘਰਦਿਆਂ ਨੇ ਸਾਨੂੰ ਦਿਹਾੜੀ ਮਜ਼ਦੂਰੀ ਕਰਕੇ ਪੜ੍ਹਾਇਆ ਹੈਗਾ, ਜੋ ਕਿ ਅਸੀਂ ਪਹਿਲਾਂ ਵੀ ਜੋ ਪੜ੍ਹਾਈ ਕੰਪਲੀਟ ਕੀਤੀ ਹੈ ਉਹ ਵੀ ਅਸੀਂ ਦਿਹਾੜੀ ਮਜ਼ਦੂਰੀ ਕਰਕੇ ਹੀ ਕੰਪਲੀਟ ਕੀਤੀ ਹੈ। ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਨੌਕਰੀ ਦਿੱਤੀ ਜਾਵੇ। ਮੇਰਾ ਨਾਮ ਗੁਰਮੁਖ ਸਿੰਘ ਆ, ਮੈਂ MA ਕਰ ਰੱਖੀ ਹੈ ਤੇ ਸਾਨੂੰ ਜੀਰੀ ਲਾ ਰਹੇ ਤੇ ਸਰਕਾਰ ਸਾਨੂੰ ਕੋਈ ਨੌਕਰੀ ਨਹੀਂ ਦੇ ਰਹੀ ਤੇ ਅਸੀਂ ਬਹੁਤ ਫੀਸਾਂ ਭਰ ਕੇ ਕਾਲਜ 'ਚ ਐਡਮਿਸ਼ਨਾਂ ਲਈਆਂ ਤੇ ਉਹਨਾਂ ਨੂੰ ਪਾਸ ਕਰੀਆਂ ਕਲਾਸਾਂ ਤੇ ਹਾੜੀ ਸੌਣੀ ਕੰਮ ਕਰਦੇ ਆ ਤੇ ਹੁਣ ਇੰਨੀ ਗਰਮੀ 'ਚ ਝੋਨਾ ਲਾਉਣ ਲੱਗ ਰਿਹਾ ਤੇ ਸਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਮਦਦ ਨਹੀਂ ਦਿੱਤੀ ਜਾਂਦੀ ਤੇ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਆ। ਕੀ ਮੰਗ ਕਰਦੇ ਹੋ ਫਿਰ ਹੁਣ ਤੁਸੀਂ? ਮੰਗ ਤਾਂ ਇਹੀ ਸਾਡੀ ਬਸ ਸਾਨੂੰ ਸਰਕਾਰ ਕੋਈ ਆਪਣਾ ਰੁਜ਼ਗਾਰ ਦੇ ਤੇ ਅਸੀਂ ਆਪਦੀ ਰੋਟੀ ਜੋਗੇ ਖਾਈਏ, ਸਾਨੂੰ ਖੇਤਾਂ 'ਚ ਕੰਮ ਨਾ ਕਰਨਾ ਪਵੇ ਤੇ ਨਾਲੇ ਅਸੀਂ ਆਪਦੇ ਪਰਿਵਾਰ ਨੂੰ ਖੁਸ਼ ਰੱਖ ਸਕੀਏ। ਕਹਿੰਦੇ ਆ ਕਿ ਫੈਲੇ ਵਿਦਿਆ ਚਾਨਣ ਹੋਏ। ਇਹਨਾਂ ਨੌਜਵਾਨਾਂ ਨੇ ਵਿਦਿਆ ਦੇ ਦੀਵੇ ਬਣ ਬੱਚਿਆਂ ਦਾ ਭਵਿੱਖ ਉਜਵਲਾ ਕਰਨਾ ਸੀ।
ਪਰ ਗਲਤ ਨੀਤੀਆਂ ਕਹੀਏ ਜਾਂ ਫਿਰ ਸਰਕਾਰਾਂ ਦੀ ਨਾਕਾਮੀ, ਇਹ ਨੌਜਵਾਨ ਅੱਜ ਆਪਣੇ ਹੀ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਨਜ਼ਰ ਆ ਰਹੇ ਨੇ ਤੇ ਸਮੇਂ ਦੀਆਂ ਸਰਕਾਰਾਂ ਤੋਂ ਇੱਕ ਉਮੀਦ ਕਰ ਰਹੇ ਨੇ ਕਿ ਉਹ ਅੱਜ ਇਹਨਾਂ ਦੀ ਬਾਂਹ ਫੜਨਗੀਆਂ ਤੇ ਇਹਨਾਂ ਨੂੰ ਰੋਜ਼ਗਾਰ ਦੇਣਗੀਆਂ। ਦੇਖਣਾ ਹੀ ਹੋਵੇਗਾ ਕਿ ਬੱਚਿਆਂ ਦਾ ਭਵਿੱਖ ਉਜਲਾ ਕਰਨ ਦਾ ਸੁਪਨਾ ਵੇਖਣ ਵਾਲੇ ਇਹਨਾਂ ਨੌਜਵਾਨਾਂ ਦਾ ਭਵਿੱਖ ਕਦੋਂ ਉਜਵਲ ਹੋਏਗਾ। ਮਾਨਸਾ ਤੋਂ ਅਮਰਜੀਤ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਪੰਜਾਬ।